ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਉ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖ ਹੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਚੌਥਾ। ਜਿੱਥੈ ਹਰਿ ਆਰਾਧਿਐ, ਤਿੱਥੈ ਹਰਿ ਮਿਤ ਸਖਾਈ। ਜਿੱਥੈ ਹਰਿ ਆਰਾਧਿਐ, ਤਿੱਥੈ ਹਰਿ ਮਿਤ ਸਹਾਈ। ਗੁਰ ਕਿਰਪਾ ਤੇ ਹਰਿ ਮਨ ਵਸੈ, ਹੋਰਤ ਬਿਦ ਲਿਆ ਨਾ ਜਾਏ। ਹਰਿ ਤਨ ਸੰਚਿਐ ਭਾਈ, ਜੇ ਹਲਤ ਪਲਤ ਹਰਿ ਹੋਏ ਸਖਾਈ। ਰਹਾਉ ਸਤ ਸੰਗ ਤੇ ਸੰਗ ਹਰਿ ਤਨ ਖਟੀਐ। ਹੋਰ ਥੈ ਹੋਰ ਤੂੰ ਪਾਏ, ਹਰਿ ਤਨ ਕਿਤੈ ਨ ਪਾਈ। ਹਰ ਰਤਨੈ ਕਾ ਵਾਪਾਰੀਆ, ਹਰ ਰਤਨ ਧਨ ਵਿਹਾਜੇ। ਕੱਚੈ ਕੇ ਵਾਪਾਰੀਏ, ਵਾਕ ਹਰ ਤਨ ਲਿਆ ਨ ਜਾਈ। ਹਰ ਤਨ ਰਤਨ ਜਿਵੇ ਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ। ਹਰ ਭਗਤੀ ਹਰ ਲਿਵ ਲਾਈ, ਹਰ ਤਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ। ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ। ਹਲਤ ਪਲਤ ਹਰ ਧਨੈ ਕੀ, ਭਗਤਾ ਕੋ ਮਿਲੀ ਵਡਿਆਈ। ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ। ਇਹ ਹਰ ਤਨ ਅਗਨੀ ਤਸਕਰੈ ਪਾਣੀਐ ਜਮਦੂਤੈ। ਕਿਸੇ ਕਾ ਗਵਾਇਆ ਨਾ ਜਾਈ।
हार तन को चक्का नेड़ न आवई, जम जागाते डंड न लगाई। साकती पाप करके भिखिया धन संचया, तिना एक विख नाल न जाई। हलता विच साक तुद हिले पहे, हथों छुटक गया अग्गे पलत। सागत हर दरगह ढोई ना पाई, ए हर तन का शाह हर आप है संतो। जिसनू दे सो हर तन लद चलाई, इस हर तन का टोटा कदे न आवई। जन नानक को गुर सुझी पाई, इस हर तन का शाह हर आप है संतो। जिसनू दे सो हर तन लद चलाई, इस हर तन का टोटा कदे न आवई। जन नानक को गुर सुझे पाई। वाहिगुरु जी का खालसा, वाहिगुरु जी की फतेह। परम सन्मानयोग सतगुरु चवर छत्र तखत दे मालक हाजरा हजूर जाहरा जरूर शब्द गुरु जुगों जोगा टल सतगुरु धन श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे सतसंगी जनों, आप जी वड्डे भागां वाले हो जो सत्कारयोग धन माता राजकौर जी के पावन स्थान गुरुद्वारा मंजी साहिब विखे अमृत वेले दे दीवाना दी हाजरियां पढ़ रहे हो। नितनेम दी बाणियां तो उपरंत आसा की वार शब्द कीर्तन गुरु सवारे तो आप जी सरवण कर रहे सो सतगुरु दे बख्शिश किते हुए पावन हुक्म के विचार के नाल सांझ पाउण तो पहला असीस बख्शिश करो जी, रसना नूं करो पवित्र। जितने भी जुड़ बैठे हो लो आओ हाजरी आखो जी। वाहिगुरु जी का खालसा, वाहिगुरु जी की फतेह। सोहे महला चौथा, जिथे हर आराध्य तिथै हर मित सहाई। सूही राग दे विच चौथे पातशाह सतगुरु धन गुरु रामदास महाराज जी के पावन बचन अंग नंबर 733 ਅਤੇ 734 ਦੇ ਉੱਤੇ ਸੁਭਾਇਮਾਨ ਨੇ। सतगुरु जी ने अज के इस पावन हुक्म राही जो सानू उपदेश बख्शिश किया है, रहाऊ दी पंक्तियां शब्द का केंद्री भाव है, जिंदे विच गुरु साहिब जी ने समझाउणा किया है कि एक तन कच्चा है तो एक तन सच्चा है, जिहड़ा नाम का तन है। और नाम का धन जिन्होंने इकट्ठा करने की जुगत आ गई, जिन्होंने इकट्ठा कर लिया, वो धन एक ऐसा है कि जिन्हों ना पानी डूब सकता है, ना अग साड़ सकती है, ना कोई चोरी कर सकता, ना कोई उन्होंने ठग ही सकता है। और सतगुरु जी ने पहलियां पावन पंक्तियों के पावन बचन कहे ने, जिथे हर आराध्य तिथै हर मित सहाई। जिथे दुलावां नाल पाठ है, जिथे नहीं पढ़ना, जिथे हर आराध्य ऐड़े नूं करना है, आराध्य जिथे जेड़े भी थां ते जेड़े भी हिरदे अंदर उस प्रभु परमेश्वर की आराधना होंदी, जिहड़ा आराध्य है
ਤਿੱਥੈ ਹਰ ਮਿੱਤ ਸਹਾਈ। ਹਰੀ ਉਹ ਮਿੱਤਰ ਹੈ ਕਿ ਉੱਥੇ ਹਰ ਥਾਂ 'ਤੇ ਉਹ ਆਪ ਸਹਾਈ ਹੁੰਦਾ ਹੈ। ਗੁਰ ਕਿਰਪਾ ਤੇ ਹਰ ਮਨ ਵਸੈ। ਹੋਰਤ ਬਿਦ ਲਿਆ ਨਾ ਜਾਈ। ਤੇ ਇਹ ਨਾਮ ਦਾ ਧਨ ਉਹ ਹੈ, ਗੁਰੂ ਰੱਬ ਪਰਮੇਸ਼ਰ ਮਿੱਤਰ ਸਹਾਈ ਉੱਥੇ ਹੁੰਦਾ ਹੈ ਜਿੱਥੇ ਨਾਮ ਵਸੈ। ਗੁਰੂ ਸਾਹਿਬ ਜੀ ਕਹਿੰਦੇ ਨੇ ਨਾਮ ਗੁਰ ਕਿਰਪਾ ਤੇ ਹਰ ਮਨ ਵਸੈ। ਇਹ ਗੁਰੂ ਦੀ ਕਿਰਪਾ ਨਾਲ ਜਿਹਦੇ ਅੰਦਰ ਵਸਦਾ ਹੈ। ਕਿਰਪਾ ਤੋਂ ਬਿਨਾਂ ਇਹ ਅੰਦਰ ਟਿਕਦਾ ਨਹੀਂ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਹੋਰਤ ਬਿਦ। ਗੁਰੂ ਦੇ ਰੱਬ ਦੇ ਕਿਰਪਾ ਤੋਂ ਬਿਨਾਂ ਹੋਰ ਕਿਸੇ ਤਰੀਕੇ ਨਾਲ ਲਿਆ ਨਾ ਜਾਈ। ਇਹ ਨਾਮ ਲਿਆ ਹੀ ਨਹੀਂ ਜਾ ਸਕਦਾ, ਜਪਿਆ ਹੀ ਨਹੀਂ ਜਾ ਸਕਦਾ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਸਾਨੂੰ ਅਣਗਿਣਤ ਸਮਝਾਏ ਨੇ ਕਿ ਹੋਰ ਕੋਈ ਤਰੀਕਾ ਨਹੀਂ ਜਿਹੜੇ ਤਰੀਕੇ ਨਾਲ ਰੱਬ ਦਾ ਪਰਮੇਸ਼ਰ ਦਾ ਨਾਮ ਅੰਦਰ ਟਿਕ ਜਾਏ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਤਰੀਕੇ ਭਾਵੇਂ ਅਣਗਿਣਤ ਲੋਕਾਂ ਨੇ ਵਰਤੇ। ਔਰ ਉੱਥੇ ਗੁਰੂ ਸਾਹਿਬ ਨੇ ਜਿੱਥੇ ਪਾਵਨ ਬਚਨ ਸਮਝਾਏ, ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਇਹ ਸਾਰੇ ਕਰਮ ਤੇ ਕੀਤੇ ਸਨ ਅੰਦਰ ਟਿਕ ਜਾਏ, ਪਰ ਟਿਕਿਆ ਤਾਂ ਨਹੀਂ। ਕਹਿੰਦੇ ਪੰਜ ਜਨਾ ਸੋ ਸੰਗ ਨ ਛੁਟ ਕਿਉ ਅਧਿਕ ਅਹੰਗ ਬੁੱਧ ਬਾਧੇ। ਇਹ ਕਰਮ ਕਰਕੇ ਸਗੋਂ ਹੰਕਾਰ ਨੇ ਅੰਦਰੋਂ ਹੋਰ ਬਣ ਰਹੇ, ਵਿਕਾਰ ਦੇ ਸਗੋਂ ਹੋਰ ਜ਼ਿਆਦੇ ਆ ਗਏ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਹੋਰ ਤੋਂ ਬਿਦ ਲਿਆ ਨਾ ਜਾਈ। ਇੱਥੇ ਸ਼ਬਦ ਵਰਤਿਆ ਹੈ। ਔਰ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਵੇਂ ਬਾਰ-ਬਾਰ ਜਿਹੜੇ ਧਰਮ ਦੇ ਨਾਂ 'ਤੇ ਕਰਮ ਕੀਤੇ ਹੋਏ ਕਰਮ ਕਾਂਡ ਬਣ ਗਏ। ਇਹਨਾਂ ਤਰੀਕਿਆਂ ਨਾਲ ਕਦੇ ਨਹੀਂ ਮਿਲਦਾ ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ ਔਰ ਬੜੇ ਕੀਤੇ, ਅਨੇਕਾਂ ਹੀ ਕੀਤੇ, ਪਰ ਕਹਿੰਦੇ ਨੇ ਗੁਰ ਕਿਰਪਾ ਤੇ ਹਰ ਮਨ ਵਸੈ। ਫਿਰ ਕਰੀਏ ਕੀ? ਉੱਥੇ ਸਤਿਗੁਰੂ ਜੀ ਨੇ ਅਰਦਾਸ ਬੇਨਤੀ ਕਰਕੇ ਸਾਨੂੰ ਸਮਝਾਇਆ, ਸਿੱਖ ਅਰਦਾਸ ਕਰ ਕਿ ਹਾਰ ਪਰਿਓ ਸੁਆਮੀ ਕੈ ਦੁਆਰੈ, ਹੁਣ ਤੀਜੈ ਬੁੱਧ ਭਵਿਕਾ। ਬਸ ਇੱਕੋ ਹੀ ਤਰੀਕਾ ਹੈ ਕਿ ਆਪਣੇ ਗੁਰੂ ਦੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ, ਹਾਰ ਜਾ, ਸਾਰੇ ਪਾਸੋਂ ਹਾਰ ਕੇ ਸ਼ਰਨ ਵਿੱਚ ਆ ਜਾ। ਔਰ ਅਰਦਾਸ ਕਰ ਕਿ ਸਤਿਗੁਰੂ ਜੀ ਇਹ ਵਿਵੇਕ ਬੁੱਧ ਬਖਸ਼ੋ। ਨਹੀਂ ਤਾਂ ਕਹਿੰਦੇ ਹੋਰ ਤੋਂ ਬਿਦ ਲਿਆ ਨਾ ਜਾਏ। ਹੋਰ ਕਿਸੇ ਤਰੀਕੇ ਨਾਲ ਇਸ ਨਾਮ ਦੀ ਪ੍ਰਾਪਤੀ ਹੋ ਨਹੀਂ ਸਕਦੀ। ਹੁਣ ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਪਾਵਨ ਬਚਨ ਜਿਹੜੇ ਕਹੇ ਨੇ, ਇਹ ਸ਼ਬਦ ਦਾ ਸਾਰਾ ਕੇਂਦਰੀ ਭਾਵ ਹੈ। ਕਹਿੰਦੇ ਹਰ ਤਨ ਸੰਚਿਐ ਭਾਈ। ਗੁਰੂ ਤੋਂ ਬਿਨਾਂ ਨਾਮ ਮਿਲਦਾ ਨਹੀਂ, ਪਰ ਇਹ ਨਾਮ ਨੂੰ ਇਕੱਠਾ ਕਰਨਾ ਚਾਹੀਦਾ ਹੈ। ਹਰ ਤਨ ਸੱਚਾ ਧਨ ਜਿਹੜਾ ਹੈ, ਕਹਿੰਦੇ ਹਰ ਤਨ ਸੰਚਿਐ ਭਾਈ। ਵੈਸੇ ਧਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆਇਆ ਹੈ ਕਈ ਤਰੀਕਿਆਂ ਦੇ ਨਾਲ ਆਇਆ। ਔਰ ਇਹਦੇ ਅਰਥ ਜਿਹੜੇ ਨੇ ਉਹ ਵੱਖ-ਵੱਖ ਜਿਵੇਂ ਦਾ ਪ੍ਰਕਰਨ ਚੱਲਦਾ ਹੈ ਉਸ ਮੁਤਾਬਕ ਅਰਥ ਬਣਦੇ ਨੇ। ਧਨ ਜੀਵ ਰੂਪੀ ਇਸਤਰੀ ਨੂੰ ਵੀ ਕਿਹਾ ਹੈ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਧਨ ਫਿਰ ਇਹ ਨਾ ਆਖੀਐ, ਉੱਥੇ ਧਨ ਇਸਤਰੀ। ਧਨ ਸ਼ਬਦ ਉਹਨਾਂ ਜਪਣ ਵਾਲੇ ਵਾਸਤੇ ਵੀ ਆਇਆ ਹੈ। ਧਨ 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 ਜਨ ਆਇਆ, ਉਹਨਾਂ ਨੂੰ ਧਨ ਕਿਹਾ ਹੈ। ਪਰ ਇੱਥੇ ਧਨ ਦਾ ਸ਼ਬਦ ਅੱਖਰੀ ਅਰਥ ਜਿਹੜਾ ਹੈ ਉਹ ਰੁਪਈਆ ਪੈਸਾ ਧਨ। ਕਹਿੰਦੇ ਇੱਥੇ ਉਹ ਧਨ ਨਹੀਂ ਜਿਹੜਾ ਦੁਨੀਆ ਵਾਲਾ ਹੈ। ਜੇ ਇਕੱਠਾ ਕਰਨਾ ਪਈ ਹਰ ਤਨ ਸੰਚੀਐ ਭਾਈ। ਹਰੀ ਦੇ ਨਾਮ ਨੂੰ ਧਨ ਨੂੰ ਇਕੱਠਾ ਕਰ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਹ ਹਰੀ ਦਾ ਨਾਮ ਇਕੱਠਾ ਕਰਨਾ ਕਿਵੇਂ ਹੈ, ਇਹਨੂੰ ਸੰਚਣਾ ਕਿਵੇਂ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਰੋਜ਼ ਹੀ ਇਹ ਗੱਲ ਸਮਝਾਉਂਦੇ ਨੇ ਭਈ ਹਰ ਤਨ ਸੰਚੀਐ ਭਾਈ। ਪਰ ਸਤਿਗੁਰੂ ਜੀ ਕਿਵੇਂ? ਤੇ ਉੱਥੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਹਰ ਰਾਸ ਮੇਰੀ ਮਨ ਵਣਜਾਰਾ। ਹਰੀ ਦਾ ਨਾਮ ਇਹ ਮੇਰੇ ਲਈ ਰਾਸ ਪੂੰਜੀ ਹੈ। ਇਹ ਮਨ ਵਣਜਾਰਾ ਬਣ ਗਿਆ ਹੈ, ਵਪਾਰੀ ਬਣ ਗਿਆ। ਹੁਣ ਵਣਜ ਕਰਕੇ ਦਿਹਾੜੀ ਲਾਉਣੀ ਹੈ, ਲਾਹਾ ਖੱਟਣਾ ਹੈ। ਦੇਖੋ ਦਿਹਾੜੀ ਸ਼ਬਦ ਆਪਾਂ ਆਮ ਹੀ ਵਰਤਦੇ ਨਾ, ਦਿਹਾੜੀ ਲਾਉਣੀ ਹੈ। ਦਿਹਾੜੀਦਾਰ ਮਿਲਿਆ ਨਹੀਂ। ਜੇ ਦਿਹਾੜੀ ਨਾ ਲਾਈ ਤਾਂ ਰਾਤ ਨੂੰ ਪ੍ਰਸ਼ਾਦਾ ਤਿਆਰ ਕਿਵੇਂ ਹੋਣਾ ਹੈ? ਔਰ ਸਤਿਗੁਰੂ ਜੀ ਦੇਖੋ ਜਦੋਂ ਸਾਨੂੰ ਸਮਝਾਉਂਦੇ ਨੇ
ਹਰ ਇੱਕ ਉਹ ਢੰਗ ਤਰੀਕੇ ਦੇ ਨਾਲ ਸਮਝਾਇਆ ਜਿਹੜਾ ਸਾਡਾ ਆਮ ਜੀਵਨ ਦੇ ਵਿੱਚ ਢੰਗ ਵਰਤਿਆ ਜਾਂਦਾ ਹੈ ਕਿ ਦਿਹਾੜੀ ਲਾ ਕੇ ਤੂੰ ਇਹ ਬਾਹਰ ਦੇ ਰੁਪਈਏ ਪੈਸੇ ਕਮਾਉਣਾ ਭਾਈ, ਕਮਾਉਣੇ ਚਾਹੀਦੇ ਨੇ, ਪਰ ਕਹਿੰਦੇ ਕਦੇ ਇੱਕ ਦਿਹਾੜੀ ਉਹ ਵੀ ਲਾ ਕੇ ਦੇਖ ਕਿ ਜਿੱਥੋਂ ਉਹ ਧਨ ਮਿਲਣਾ ਜਿਹੜਾ ਸਦਾ ਹੀ ਰਹਿਣਾ ਹੈ, ਜਿਹੜਾ ਕਦੇ ਖਤਮ ਹੋਣਾ ਹੀ ਨਹੀਂ। ਔਰ ਉਹ ਧਨ ਉਹ ਹੈ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਮਾਲ ਦਾ ਹੈ। ਇਹ ਜਿੰਨਾ ਵੀ ਇਕੱਠਾ ਹੋ ਜੇ ਇਹਨੇ ਕਦੇ ਨਾ ਖਤਮ ਹੋਣਾ ਨਾ ਘਟਣਾ ਹੈ। ਹਾਂ, ਇਹ ਵਧੇਗਾ ਜ਼ਰੂਰ। ਸਤਿਗੁਰੂ ਜੀ ਨੂੰ ਪਾਵਨ ਬਚਨ ਕਹੇ ਇਸੇ ਵਾਸਤੇ ਕਹੇ ਸਨ ਕਿ ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨੇ ਆਵੇ ਵੱਧ ਹੋ ਜਾਈ। ਭਾਈ ਉਹ ਵੀ ਦਿਹਾੜੀ ਕਦੇ ਲਾ, ਤੈਨੂੰ ਰੱਬ ਨੇ ਪਰਮੇਸ਼ਰ ਨੇ ਏਡਾ ਲੰਬਾ ਜੀਵਨ ਬਖਸ਼ਿਸ਼ ਕੀਤਾ ਹੈ ਤੇ ਕੀਤਾ ਇਸੇ ਕਰਕੇ ਸੀ ਉਹ ਨਾਮ ਤੁਹਾਨੂੰ ਤੂੰ ਇਕੱਠਾ ਕਰੇ। ਔਰ ਧੰਨ ਗੁਰੂ ਅਮਰਦਾਸ ਜੀ ਉੱਤੇ ਸਮਝਾਉਂਦੇ ਨੇ ਕਿਵੇਂ ਦਿਹਾੜੀ ਲਾਉਣੀ ਹੈ ਜੀ। ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰੂ ਤੇ ਰਾਸ ਜਾਣੀ। ਪਰ ਇਹ ਰਾਸ ਪੂੰਜੀ ਦੀ ਸਮਝ ਵੀ ਗੁਰੂ ਤੋਂ ਲੱਗੀ। ਫਿਰ ਕਹਿੰਦੇ ਨੇ ਹਰ ਹਰ ਨਿਤ ਜਪੋ ਜੀਓ, ਜਿੰਦੇ ਇਹਨੂੰ ਸਦਾ ਜਪਿਆ ਕਰ। ਹਰ ਹਰ ਨਾਮ ਕਹਿੰਦੇ ਹਰ ਹਰ ਨਿਤ ਜਪੋ ਜੀਓ, ਲਾਹਾ ਖਟੋ ਦਿਹਾੜੀ, ਦਿਹਾੜੀ ਲਾ ਕੇ ਤੇ ਵੇਖ, ਇਸ ਲਾਹੇ ਨੂੰ ਕਦੇ ਖੱਟ ਕੇ ਤੇ ਵੇਖ। ਫਿਰ ਕਹਿੰਦੇ ਇਹ ਧਨ ਤੇ ਨਾ ਮਿਲਿਆ, ਇਹ ਦਿਹਾੜੀ ਸਾਰਿਆਂ ਨੂੰ ਮਿਲਦੀ ਨਹੀਂ, ਇਹ ਦਿਹਾੜੀ ਸਾਰੇ ਲਾ ਨਹੀਂ ਸਕਦੇ। ਕਹਿੰਦੇ ਇਹ ਧਨ ਤੇ ਨਾ ਮਿਲਿਆ, ਇਹ ਨਾਮ ਦਾ ਧਨ ਮਿਲਿਆ ਕੇਵਲ ਉਹਨਾਂ ਨੂੰ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਮਝਾਇਆ ਹੈ ਕਿ ਹੋਰ ਤੋਂ ਬਿੱਦ ਲਿਆ ਨਾ ਜਾਈ, ਹੋਰ ਕੋਈ ਤਰੀਕਾ ਨਹੀਂ, ਗੁਰ ਕਿਰਪਾ ਤੇ ਹਰ ਮਨ ਵਸੈ। ਉੱਥੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਦਿਹਾੜੀ ਕੋਈ ਸਾਰਿਆਂ ਨੂੰ ਨਹੀਂ ਮਿਲਦੀ, ਕਿ ਇਹ ਧਨ ਤੇ ਨਾ ਮਿਲਿਆ ਜਿਨ ਹਰ ਭਾਣਾ, ਜਿਹੜੇ ਰੱਬ ਨੂੰ ਪਰਮੇਸ਼ਰ ਨੂੰ ਭਾ ਗਏ ਇਹ ਦਿਹਾੜੀ ਉਹਨਾਂ ਨੂੰ ਨਸੀਬ ਹੋਈ, ਉਹਨਾਂ ਨੂੰ ਮਿਲੀ। ਔਰ ਜੇ ਇਹ ਦਿਹਾੜੀ ਮਿਲ ਗਈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿ ਨਾਨਕ ਹਰ ਰਾਸ ਮੇਰੀ, ਮਨ ਹੋਆ ਵਣਜਾਰਾ, ਮਣਾ ਵਣਜ ਕਰ। ਔਰ ਜੇ ਇਹ ਤੈਨੂੰ ਦਿਹਾੜੀ ਮਿਲ ਗਈ, ਔਰ ਇਹ ਦਿਹਾੜੀ ਦੇਖੋ ਫਿਰ ਬੇਨਤੀ ਕਰਦੇ ਜਿਹੜੀ ਬਾਹਰ ਦੀ ਦਿਹਾੜੀ ਹੈ ਉਹ 8 ਘੰਟੇ ਦੀ ਹੈ, ਕਾਨੂੰਨ ਤੌਰ 'ਤੇ 8 ਘੰਟੇ ਦੀ, ਇਹ ਗੱਲ ਵੱਖਰੀ ਹੈ ਕਿ ਠੇਕੇਦਾਰ ਭਾਵੇਂ 12 ਘੰਟੇ ਵੀ ਲਵਾਊਗਾ। ਬਾਹਰ ਦੀ ਦਿਹਾੜੀ 8, 10, 12 ਘੰਟੇ ਦੀ ਹੈ। ਪਰ ਇਹ ਜਿਹੜੀ ਦਿਹਾੜੀ ਰੱਬ ਨੇ ਦਿੱਤੀ ਹੈ ਕਿ ਦੇਖ ਤੈਨੂੰ ਹੋ ਸਕਦਾ 80 ਸਾਲ 90 ਸਾਲ 90 ਸਾਲ ਦੀ ਲੰਬੀ ਦਿਹਾੜੀ ਦਿੱਤੀ। ਔਰ ਇਸ ਦਿਹਾੜੀ ਦੇ ਵਿੱਚ ਤੂੰ ਲਾਹਾ ਤੇ ਖੱਟ, ਤੈਨੂੰ ਇਹ ਸਮਾਂ ਮਿਲਿਆ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾਇਆ ਕਿ ਇਹ ਧਨ ਇਕੱਠਾ ਕਰਨਾ ਕਿਵੇਂ ਹੈ। ਮੌਕਾ ਤਾਂ ਮਿਲ ਗਿਆ, ਮਾਨਸ ਦੇਹੀ ਮਿਲ ਗਈ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਵਕਰ ਕੋ ਲੈਣ ਤੂੰ ਆਇਆ, ਜਿਹੜੇ ਸੌਦੇ ਨੂੰ ਲੈਣ ਵਾਸਤੇ ਮਨੁੱਖਾ ਜੀਵਨ ਦੇ ਵਿੱਚ ਆਇਆ ਸੈਂ, ਜੇ ਤੇਰੇ ਕੋਲ ਆਪ ਦੇ ਕੋਲ ਉਹ ਰਾਸ ਪੂੰਜੀ ਨਹੀਂ, ਜੇ ਤੂੰ ਆਪ ਦਿਹਾੜੀ ਕਰਕੇ ਉਹ ਲਾਹਾ ਨਹੀਂ ਖੱਟ ਸਕਦਾ, ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਭਾਈ ਫਿਰ ਜਿਨ੍ਹਾਂ ਕੋਲ ਇਹ ਰਾਸ ਪੂੰਜੀ ਹੈ, ਜਿਨ੍ਹਾਂ ਨੇ ਜਪਿਆ ਹੈ, ਫਿਰ ਉਹਨਾਂ ਦੇ ਨਾਲ ਲੱਗ ਜਾ, ਉਹਨਾਂ ਦੀ ਸੰਗਤ ਕਰ ਲੈ। ਕਿਉਂਕਿ ਧਨ ਇਕੱਠਾ ਕਰਨ ਦਾ ਇਹੀ ਸਾਰਾ ਤਰੀਕਾ ਹੁੰਦਾ ਨਾ। ਜੇ ਆਪਣੇ ਕੋਲ ਨਹੀਂ, ਕਿਸੇ ਨਾਲ ਥੋੜ੍ਹਾ ਬਹੁਤਾ ਹਿੱਸਾ ਪਾ ਲੈ। ਆਪ ਕੰਮ ਨਹੀਂ ਚਲਾ ਸਕਦਾ, ਬਿਜ਼ਨਸ ਨਹੀਂ ਵਧਾ ਸਕਦਾ, ਕਿਸੇ ਨਾਲ ਹਿੱਸਾ ਪਾ ਲੈ, ਥੋੜ੍ਹੇ ਪਾ ਲੈ, 10 ਪੈਸੇ ਪਾ ਲੈ, 5 ਪੈਸੇ 2 ਪੈਸੇ ਪਾ ਲੈ 100 ਰੁਪਏ ਦੇ ਵਿੱਚ, ਕੁਝ ਨਾ ਕੁਝ ਤੇ ਆਏਗਾ। ਗੁਰੂ ਸਾਹਿਬ ਜੀ ਕਹਿੰਦੇ ਨੇ ਬਸ ਇਸੇ ਤਰ੍ਹਾਂ ਜੇ ਤੇਰੇ ਕੋਲ ਆਪਣੇ ਕੋਲ ਨਹੀਂ, ਦਿਹਾੜੀ ਨਹੀਂ ਲੈ ਸਕਦਾ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਉਹ ਸੰਤਨ ਸੰਤ ਗੁਰੂ ਦੇ ਘਰ ਵਿੱਚ ਹੈ ਵੀ ਤੂੰ ਆ ਤੇ ਸਹੀ ਸੰਗਤ ਦੇ ਘਰ। ਫਿਰ ਕਹਿੰਦੇ ਨੇ ਤਜ ਮਾਨ ਲਿਹੋ ਮਨ ਮੂਲ, ਗੁਰੂ ਦੇ ਸੰਗਤ ਦੇ ਵਿੱਚ ਆ ਕੇ ਮਾਨ ਨੂੰ ਛੱਡ ਦੇ, ਮਨ ਵੇਚ ਕੇ, ਮੁੱਲ ਵੇਚ ਕੇ। ਪੂਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਮਿਲਦਾ ਹੈ, ਇਹ ਨਾਮ ਧਨ ਮਿਲਦਾ ਹੈ, ਇਹਦੀ ਕੀਮਤ ਕੋਈ ਨਹੀਂ, ਬਸ ਇੱਕੋ ਹੀ ਕੀਮਤ ਹੈ, ਉਹ ਹੈ ਮਨ ਵੇਚੈ ਸਤਿਗੁਰੂ ਕੇ ਪਾਸ, ਆਪਣਾ ਮਨ ਵੇਚ ਦੇ। ਔਰ ਸਤਿਗੁਰੂ ਜੀ ਕਹਿੰਦੇ ਨੇ ਤਜ ਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੋਲ। ਫਿਰ ਕਹਿੰਦੇ ਲਾਦ ਖੇਪ ਸੰਤਾਂ ਸੰਗ ਚਾਲ, ਖੇਪ ਲੱਦ ਪਈ ਸੰਤਾਂ ਦੇ ਨਾਲ ਚੱਲ। ਸੰਤਾਂ ਦੇ ਨਾਲ ਕਿਵੇਂ ਚੱਲਣਾ ਹੈ?
कि जो गुर कहे सोई भल मनै। गुरु की चाल दे नाल चाल रला के चलना है। संतां दे नाल चलण का भाव कि गुरु के नाल चलना है। जो गुर कहे सोई भल मनै, उन्होंने भला करके मनना है। लाद खेप संता संग चाल, फिर कहते अवर त्याग भिखिया जंजाल। बाकी दे सारे जंजाल ला के सुटते, बस गुरु की चाल चल। तो जोड़ा चलता है फिर गुरु साहब जी कहते हैं धन गुरु अर्जन देव जी कहते धन 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 कहे सब कोई, हर कोई धन कहता है। और कला इतने नहीं, मुख उजला हर गैस होए। रब के घर में भी मुख उजला होंदा है। ये नाम धन इकट्ठा किवें करना है। धन गुरु नानक साहब जी कहते हैं भाई ये मनुखा देही मिली है, वणज कर। रज के दिहाड़ी ला, हर रोज़ ला। ये धन इकट्ठा कर, वणज करो वणजारे हो, वखर लो संभाल। इस सौदे नूं संभाल लो, ये बड़ा कीमती है। फिर कहते हैं तैसी वस्त वसाही है जैसी निभै नाल। भाई जे व्यापार करना उस चीज़ का करो जिहड़ी सदा ही नाल रहनी है। तो वो सदा नाल रहने वाला है ये नाम धन, जिन्हों अज धन गुरु रामदास जी कहते हैं हर धन संचिए भाई। भाई इस हरि दे नाम धन इकट्ठा करना चाहिए है, संजना चाहिए है। और देखो धन गुरु ग्रंथ साहब जी ने किन्नी कृपा की कि दिहाड़ी करता है बंदा, दिहाड़ी की भी उदाहरण दे दी कि तू दिहाड़ी ला के कर लै इकट्ठा। बंदा जिमीदार जोड़ा है वो जिमीदारा करता है, तो गुरु साहब जी जिमीदारे की उदाहरण दे देंगे ने, इतों समझ लै। हट्टी करने वाला है, दुकानदार है, गुरु साहब जी कहते दुकान पर बैठा, दुकान को सीख लै कि नाम धन किवें इकट्ठा करना है। तू व्यापारी है, व्यापार करता होया चलता फिरदा भी धन इकट्ठा कर सकना है। दुनिया का धन भी इकट्ठा कर, कोई नहीं रोकता। क्योंकि गुरु साहब जी ने कहते थोड़ी कहा कि तू किरत नहीं करनी। गुरु करता तो ये फरमान है, कह लिए साडे लिए हुक्म है कि काल खाए किश हथों दे नानक राह पछाणे से। इस राह में पछाण ही हो सकता है जोड़ा किरत करने वाला है, जिन्होंने भाई साहब जी भाई गुरदास जी कहते हैं किरत विरत कर धर्म दे, खट खिलावन कार कराही। तू कमाई करनी है, घर परिवार को खुआएगा, किसी कोल होएगा, किसी को देगा, पर किरत कर जिंदे विच धर्म होवे। और एक करना गुरु साहब जी ने जिते कृपा करके समझाया। देखो जिमीदार है, और जिमीदार जानते हैं अज चलो मशीनरी युग है, पर अज तो 20-25 साल पिछे चले जो 15-20 साल पहला, कि जदों लोग हजे सुते होंदे सन, जिमीदार बलदां दे पिछे हल पा के खेत में पूरा खेत वाह के आ जाता से, हजे लोग उठ के मूँह धोंदे सन। उदम करता है ना कि जिदन बलदां नूं जोना है वो फिर सवेर दे इंतजार नहीं करता कि सवेरे पहलों पट्ठे पावांगा। वो जो कुछ पाना रात खुरली भर देंदा कि चंगी तरह रज लैण सवेरे ले जाना है। और सतगुरु जी कहते हैं भाई जिथे तू किरत करना है, ये उदम नाल दे नाल तू नाम जपण वास्ते भी कर। हुण हल जोया है तो हल वाहुंदिया वाहुंदिया गुरु गुरु जे जपदा रहेगा कोई जोर नहीं लगना। बलदां दे पिछे चलदा। और गुरु साहब ने पावन बचन किया है कि इस नाम धन इकट्ठा तू दुनिया का धन इकट्ठा करता करता नाल नाल भी कर सकना है। जिते गुरु साहब जी कहते हैं कि मार्ग चलत हर हर ध्याईए, चलद्या फिरद्या भी तू त्याग। जिन्हों गुरु साहब जी ने पावन बचन ने कहने कि उठत बैठत हर हर ध्याईए, मार्ग चलत हरे हर गाइए। भी तू चलता है, तू सैर कर रहा है, जिते कदम पटने नाल वाहिगुरु बोल। एक कदम पट वाह बोल, दूसरा पट गुरु बोल। और जिन्होंने सैर करते चलद्या फिरदा सचमुच गुरु गुरु जपना आ जाए ना, फिर उन्होंने स्वभाव बन जाता है। तो वो स्वभाव बनता है जिन्होंने गुरु साहब जी कहते हैं उठत बैठत सोवत जागत सदा सदा हर ध्याईए। फिर वो सदा सदा ध्याउंदे ने भाई ये नाम धन इकट्ठा कर। और देखो जोड़ा उदम करता है ना गुरु साहब ने, जिथे धन गुरु रामदास जी के पावन बचन ने कि असल में गुरु का सिख है ही वो जोड़ा उदम करे कि गुर सतगुर का जो सिख अखाए
ਸੋ ਭਲਕੈ ਉਠ ਹਰ ਨਾਮ ਤੇ ਆਵੇ। ਭਲਕੇ ਦਾ ਭਾਵ ਅਰਥ ਹੈ ਕਿ ਅੰਮ੍ਰਿਤ ਵੇਲੇ ਜਦੋਂ ਤੇਰੀ ਜਾਗ ਖੁੱਲੇ, ਸਭ ਤੋਂ ਪਹਿਲੋਂ ਤੇਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੇ। ਇਸ ਵਹਿਮ ਦੇ ਵਿੱਚ ਕਦੇ ਨਹੀਂ ਪੈਣਾ। ਔਰ ਕਈ ਵਾਰੀ ਬੇਨਤੀ ਕੀਤੀ ਕਿ ਹਜੇ ਕੁਰਲਾ ਨਹੀਂ ਕੀਤਾ, ਬਰਸ਼ ਨਹੀਂ ਕੀਤਾ, ਮੂੰਹ ਨਹੀਂ ਧੋਤਾ, ਗੁਰੂ ਕਹਿ ਲਈਏ ਕਿ ਨਾ ਕਹਿ ਲਈਏ। ਇਹ ਤਾਂ ਧੰਨ ਗੁਰੂ ਰਾਮਦਾਸ ਜੀ ਦਾ ਅੱਜ ਹੁਕਮਨਾਮਾ ਹੈ। ਔਰ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਵਚਨ ਨੇ, ਭਾਈ ਸਿੱਖਾ, ਸਭ ਤੋਂ ਪਹਿਲੋਂ ਤੇਰਾ ਮੂੰਹ ਸੁੱਚਾ ਹੋਣਾ ਹੀ ਤਾਂ ਹੈ ਕਿ ਉੱਠਦੇ ਨਾਲ ਤੇਰਾ ਪਹਿਲਾ ਕਰਮ ਹੈ ਤੂੰ ਗੁਰੂ ਜਪ। ਇਸ ਨਾਮ ਧਨ ਨੂੰ ਇਕੱਠਾ ਕਰ। ਹਰ ਤਨ ਸੰਚੀਐ ਭਾਈ। ਤੇ ਇਹ ਨਾਮ ਧਨ ਉਹ ਹੈ ਜਿਹਨੂੰ ਗੁਰੂ ਸਾਹਿਬ ਜੀ ਨੇ ਅੱਗੇ ਪਾਵਨ ਵਚਨ ਕਹੇ ਕਿ ਜੇ ਹਲਤ ਪਲਤ ਹਰ ਹੋਏ ਸਖਾਈ, ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰਾ ਸਖਾ ਬਣ ਕੇ, ਸਹਾਈ ਬਣ ਕੇ ਤੇਰੇ ਨਾਲ ਰਹੇਗਾ। ਹੁਣ ਇਹ ਨਾਮ ਧਨ ਤੂੰ ਇਕੱਠਾ ਕਰਨਾ ਹੈ। ਔਰ ਦੇਖੋ, ਜਦੋਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬੈਠਦੇ ਨੇ, ਤੇ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਜਦੋਂ ਤੀਰਥਾਂ 'ਤੇ ਜਾਂਦੇ ਨੇ, ਔਰ ਇਹ ਬੇਨਤੀ ਪਹਿਲਾਂ ਵੀ ਕਈ ਵਾਰੀ ਕੀਤੀ, ਤੀਰਥਾਂ 'ਤੇ ਜਾਣ ਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਜੀ ਕਿਸੇ ਤੀਰਥ 'ਤੇ ਨਹਾਉਣਗੇ। ਇਹ ਸਤਿਗੁਰੂ ਦੇ ਪਾਵਨ ਬਚਨ ਨੇ, ਬਾਣੀ ਦੇ ਗਏ ਤੀਰਥਾਂ 'ਤੇ, ਪਰ ਗਏ ਕਹਿੰਦੇ ਨੇ ਕਿ ਜਿੱਥੇ ਲੋਕਾਂ ਦਾ ਕਿਤੇ ਭਲਾ ਹੋ ਸਕੇ। ਲੋਕਾਂ ਦਾ ਭਲਾ ਕਰਨ ਵਾਸਤੇ ਨਹੀਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਤੇ ਆਪ ਹੀ ਤੀਰਥ ਹੈ। ਸਤਿਗੁਰੂ ਸਮਾਨ ਤੀਰਥ ਨਹੀਂ ਹੋਏ। ਗੁਰੂ ਵਰਗਾ ਤੀਰਥ ਕਿੱਥੇ? ਤੀਰਥ ਅਖਰੀ ਅਰਥੀ ਉਹਨੇ ਜਿਹੜਾ ਪਵਿੱਤਰ ਕਰਨ ਵਾਲਾ ਹੈ। ਔਰ ਜਦੋਂ ਸਤਿਗੁਰੂ ਜੀ ਜਾਂਦੇ ਨੇ, ਪੰਡਤ ਦੁਰਗੋ ਮਿਲਦਾ ਹੈ। ਔਰ ਜਿਹਨੂੰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਇਤਿਹਾਸਕਾਰ ਮੰਨਦੇ ਨੇ ਕਿ ਪੰਡਤ ਦੁਰਗੋ ਉਹ ਸੀ ਜਦੋਂ ਧੰਨ ਗੁਰੂ ਅਮਰਦਾਸ ਜੀ ਗੁਰੂ ਨਹੀਂ ਸਨ ਬਣੇ, ਗੰਗਾ ਦੀ ਯਾਤਰਾ ਜਾਂਦੇ ਸਨ, ਇਸ਼ਨਾਨ ਕਰਨ ਜਾਂਦੇ ਸਨ, ਉਦੋਂ ਪਦਮ ਦੇਖਿਆ ਸੀ ਇਸ ਪੰਡਤ ਦੁਰਗੋ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ। ਤੇ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਕੁਛ ਦੇਣ ਦਾ ਯਤਨ ਕੀਤਾ, ਪੰਡਤ ਦੁਰਗੋ ਕਹਿੰਦਾ ਸੀ ਨਹੀਂ, ਕਿ ਜਦੋਂ ਤੁਸੀਂ ਕੋਈ ਚੱਕਰਵਰਤੀ ਸਮਰਾਟ ਬਣੋਗੇ ਜਾਂ ਵੱਡੀਆਂ ਤਾਕਤਾਂ ਤੁਹਾਨੂੰ ਮਿਲਣਗੀਆਂ, ਉਦੋਂ ਮੈਂ ਆਵਾਂਗਾ, ਆਪ ਮੰਗ ਕੇ ਲਵਾਂਗਾ। ਇਹ ਤੁਹਾਡੇ ਜਿਹੜੇ ਪਦਮ ਹੈ, ਜਿਹੜੇ ਚੱਕਰ ਚਿੰਨ੍ਹ ਨੇ, ਇਹ ਦੱਸਦੇ ਨੇ ਤੁਸੀਂ ਬੜੇ ਵੱਡੇ ਸਮਰਾਟ ਜਾਂ ਬੜੀ ਵੱਡੀ ਕੋਈ ਅਨੋਖੀ ਤਾਕਤ ਤੁਹਾਡੇ ਕੋਲ ਆਉਣ ਵਾਲੀ ਹੈ। ਪੂਰੇ ਪੰਡਤ ਜਦੋਂ ਗਿਆ, ਧੰਨ ਗੁਰੂ ਅਮਰਦਾਸ ਜੀ ਨੇ ਪਛਾਣਿਆ, ਕਹਿੰਦੇ ਪੰਡਤ ਜੀ ਆਓ, ਅਸੀਂ ਬਚਨ ਕਹੇ ਸਨ, ਤੂੰ ਕਿਹਾ ਸੀ ਕਿ ਆ ਕੇ ਮੰਗਾਂਗੇ, ਅੱਜ ਮੰਗ ਲੈ। 10 ਨਾਮ ਤੁਹਾਨੂੰ ਚਾਹੀਦਾ ਹੈ ਕਿ ਦੁਨਿਆਵੀ ਤੁਹਾਨੂੰ ਚਾਹੀਦਾ ਹੈ? ਇੱਕ ਚੀਜ਼ ਮੰਗ ਜਿਹੜੀ ਮੰਗਣੀ ਹੈ। ਕਿਉਂਕਿ ਪੰਡਤ ਸੀ, ਸਿਆਣਾ ਸੀ, ਵਿਦਵਾਨ ਸੀ, ਉਹਨੇ ਵਿਚਾਰ ਪਹਿਲੋਂ ਤੇ ਮਨ ਦੇ ਨਾਲ ਕੀਤੀ ਕਿ ਜੇ ਤੇ ਗੁਰੂ ਸਾਹਿਬ ਤੋਂ, ਹੁਣ ਗੁਰੂ ਸਾਹਿਬ ਜੀ ਕਹਿੰਦੇ ਇੱਕ ਚੀਜ਼ ਮੰਗ, ਨਾਮ ਧਨ ਮੰਗ ਲਿਆ, ਤੇ ਉਹਦੇ ਨਾਲ ਤਾਂ ਠੀਕ ਹੈ, ਪਰਲੋਕ ਤੇ ਸੁਧਰ ਜਾਏਗਾ। ਪਰ ਇਸ ਮਾਤ ਲੋਕ ਦਾ ਕੀ ਬਣੇਗਾ? ਕੋਲ ਰੁਪਈਆ ਨਾ ਹੋਵੇ, ਢੇਲਾ ਨਾ ਹੋਵੇ। ਤੇ ਸੱਚ ਹੈ ਕਿ ਦੁਨੀਆ ਦੇ ਵਿੱਚ, ਸੰਸਾਰ ਸਮਾਜ ਦੇ ਵਿੱਚ ਇੱਜ਼ਤ ਇੱਕ ਢੇਲੇ ਦੀ ਨਹੀਂ ਹੁੰਦੀ। ਕੋਈ ਨਹੀਂ ਪੁੱਛਦਾ ਜਿਹਦੇ ਕੋਲ ਰੁਪਈਆ ਨਾ ਹੋਵੇ। ਤੇ ਜੇ ਮੈਂ ਰੁਪਈਏ ਦੁਨੀਆਦਾਰੀ ਵਾਲੇ ਮੰਗ ਲਏ, ਤੇ ਫਿਰ ਇਹ ਵੀ ਪਤਾ ਕਿ ਅੱਗੇ ਜਮਦੂਤ ਵੀ ਨੇ, ਅੱਗੇ ਉਹਨਾਂ ਦਾ ਵੀ ਡਰ ਹੈ। ਹੁਣ ਉਸ ਪੰਡਤ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਕਵੀ ਸੰਤੋਖ ਸਿੰਘ ਜੀ ਨੇ ਉਹ ਕੁਝ ਬੋਲ ਵੀ ਲਿਖੇ ਨੇ ਕਿ ਜਦੋਂ ਵਿਚਾਰ ਕਰਦਾ, ਕਿ ਵਿਚਾਰ ਕਰਕੇ ਹੱਥ ਜੋੜ ਕੇ ਇੱਕੋ ਗੱਲ ਕਹਿੰਦਾ ਕਿ ਸਤਿਗੁਰੂ ਜੀ, ਮੈਂ ਨਾਮ ਦਾ ਤੇ ਪੰਡਤ ਜ਼ਰੂਰ ਹਾਂ, ਪਰ ਅਸਲ ਮੇਰੇ ਵਿੱਚ ਉਹ ਪੰਡਤਾਈ ਜਾਂ ਉਹ ਵਿਦਤਾ ਨਹੀਂ ਇਸ ਵੇਲੇ ਕਿ ਮੈਂ ਆਪ ਜੀ ਕੋਲੋਂ ਕੁਝ ਮੰਗ ਸਕਾਂ। ਤੁਸੀਂ ਕਿਰਪਾ ਕਰੋ, ਜੋ ਤੁਹਾਨੂੰ ਪਾਉਂਦਾ ਫਿਰ ਉਹੀ ਦੇ ਦਿਓ, ਭਾਵੇਂ ਨਾਮ ਦਾ ਧਨ ਦੇ ਦਿਓ ਤੇ ਭਾਵੇਂ ਸੰਸਾਰਿਕ ਧਨ ਦੇ ਦਿਓ। ਪਰ ਇੱਕ ਬੇਨਤੀ ਹੈ ਕਿ ਨਾਮ ਧਨ ਦੇਹ ਜਨ ਕੋ। ਧਨ ਜੇ ਨਾਮ ਦਾ ਧਨ ਦੇਵੇ, ਨਾਮ ਧਨ ਦੇ, ਫਿਰ ਕਹਿੰਦੇ ਨੇ ਧਨ ਨਾ ਦੇਹ ਜਨ ਕੋ। ਨਾਮ ਤੇ ਦੇ ਦੇ ਪਰ ਧਨ ਨਾ ਦਵੇ, ਤੇ ਕਹਿੰਦੇ ਧਨ ਬਿਹੇਣ ਜਗ ਨਾ ਸਹਾਏ। ਧਨ ਤੋਂ ਬਿਨਾਂ, ਰੁਪਈਏ ਪੈਸੇ ਤੋਂ ਬਿਨਾਂ ਸੰਸਾਰ ਬਿਲਕੁਲ ਹੀ ਨਹੀਂ ਚੰਗਾ ਲੱਗਦਾ। ਔਰ ਦੁਨੀਆਦਾਰਾਂ ਨੂੰ ਗਰੀਬ ਬੰਦਾ ਕਿੱਥੇ ਚੰਗਾ ਲੱਗਦਾ ਹੈ। ਕਹਿੰਦੇ ਜੋ ਧਨ ਦੇਵੈ ਨਾਮ ਨਾ ਦੇਵੈ, ਨਾਮ ਬਿਨਾ ਜਨ ਜੰਮਪੁਰ ਜਾਏ। ਜੇ ਸੰਸਾਰਿਕ ਧਨ ਦਿਓ
ਸੰਸਾਰਿਕ ਧਨ ਮੰਗਾ ਨਾਮ ਨਾ ਮੰਗਾ, ਤੇ ਮੈਂ ਇਹ ਵੀ ਜਾਣਨਾ ਨਾਮ ਬਿਨਾ ਜਨ ਜਮਪੁਰ ਜਾਏ, ਜਮਾਂ ਦੇ ਪੁਰੀ ਵਿੱਚ ਜਾਣਾ ਪੈਣਾ ਹੈ। ਉਹ ਤੇ ਸਿਆਣਾ ਸੀ, ਹੱਥ ਜੋੜ ਕੇ ਕਹਿ ਦਿੱਤਾ ਕਿ ਤੂੰ ਪਹਿ ਕਹੇ ਨਹੀਂ ਬਣੇ ਆਵੈ, ਜੋ ਭਾਵੈ ਤਿਉ ਬਣਤ ਬਣਾਵੈ। ਸਤਿਗੁਰ ਜੀ ਤੁਹਾਡੇ ਕੋਲ ਕਹਿਣੀ ਬਣਦੀ ਨਹੀਂ, ਜਿਵੇਂ ਤੁਹਾਨੂੰ ਪਤਾ ਫਿਰ ਉਹੀ ਪੁੱਛਦੇ ਸੀ। ਕਿਉਂਕਿ ਧੰਨ ਗੁਰੂ ਅਮਰਦਾਸ ਜੀ ਨੇ ਉਸ ਇਤਿਹਾਸ ਦੇ ਵਿੱਚੋਂ ਸਾਨੂੰ ਸਮਝਾਇਆ ਕਿ ਤੂੰ ਗੁਰੂ ਕੋਲ ਆ ਕੇ ਤੇ ਮੰਗ ਭਾਈ। ਕੱਲਾ ਇਹ ਨਹੀਂ ਕਿ ਜਾਂ ਨਾਮ ਮਿਲੇਗਾ ਜਾਂ ਧਨ ਮਿਲੇਗਾ, ਤੂੰ ਮੰਗਣ ਵਾਲਾ ਬਣ। ਇੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਵੀ ਸੰਤੋਖ ਸਿੰਘ ਜੀ ਭਾਵੇਂ ਲਿਖਦੇ ਨੇ ਕਿ ਗੁਰ ਅਮਰਦਾਸ ਤੇਜੋ ਕੋ ਨੰਦਨ, ਦੋਨੋਂ ਨਿਰਮਲ ਪੰਥ ਚਲਾਏ ਤੇਜੋ ਕੋ ਨੰਦਨ। ਧੰਨ ਗੁਰੂ ਅਮਰਦਾਸ ਜੀ ਤੇਜਭਾਨ ਦੇ ਪੁੱਤਰ ਨੇ ਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋਵੇਂ ਰਾਹ ਚਲਾਏ ਨੇ। ਕੋਈ ਤੂੰ ਮੰਗਣ ਵਾਲਾ ਬਣ, ਨਾਮ ਵੀ ਮਿਲ ਜਾਏਗਾ, ਧਨ ਵੀ ਮਿਲ ਜਾਏਗਾ, ਪਰ ਮੰਗ ਤੇ ਸਹੀ। ਉੱਥੇ ਕਹਿੰਦੇ ਨੇ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਚਨ ਕਹੇ, ਭਾਵੇਂ ਬੋਲ ਕਵੀ ਦੇ ਨੇ। ਕਹਿੰਦੇ ਪੰਡਤ ਜੀ ਜਬ ਲੱਗ ਜੇਵੋ ਧਨ ਬਹੁ ਪਾਵੋ, ਸਿਮਰੋ ਸਤਨਾਮ ਲਿਵ ਲਾਏ। ਜਦੋਂ ਤੱਕ ਸਰੀਰ ਕਰਕੇ ਜਿਉਂਦੇ ਹੋ ਧਨ ਦੀ ਕਮੀ ਨਹੀਂ ਆਏ, ਪਰ ਨਾਲ ਸ਼ਰਤ ਰੱਖੀ, ਸਿਮਰੋ ਨਾਮ ਲਿਵ ਲਾਏ। ਸਤਨਾਮ ਵਾਹਿਗੁਰੂ ਲਿਵ ਲਾ ਕੇ ਜਪਣਾ ਹੈ। ਨਾਮ ਦੇ ਧਨ ਦੇ ਨਾਲ ਨਾਲ ਸੰਸਾਰਿਕ ਧਨ ਦੇ ਵੀ ਤੋਟ ਨਹੀਂ ਆਏਗੀ। ਫਿਰ ਕਹਿੰਦੇ ਅੰਤ ਕਾਲ ਜਮ ਨਹਿ ਦਰਸੈ ਹੈ, ਪੁੰਨ ਦਾਨ ਪਰ ਲੋਕ ਸਦੈ ਹੈ। ਇਹ ਨਾਮ ਸਿਮਰਨ ਕਰਕੇ ਨਾ ਜਿੱਥੇ ਧਨ ਬਾਹਰ ਦਾ ਮਿਲੇਗਾ, ਉੱਥੇ ਨਾਮ ਧਨ ਦਾ ਅੰਦਰ ਵੀ ਸੰਚਾਰ ਹੋਏਗਾ, ਨਾਮ ਧਨ ਅੰਦਰ ਵੀ ਇਕੱਠਾ ਹੋਏਗਾ, ਜਿਹਦੇ ਕਰਕੇ ਅੰਤ ਸਮੇਂ ਜਮਦੂਤ ਤੈਨੂੰ ਆ ਕੇ ਵਿਖਾਲੀ ਦੇਣਗੇ। ਹਰ ਤਨ ਸੰਚੀਐ ਭਾਈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਇਸ ਹਰੀ ਨਾਮ ਤੁਹਾਨੂੰ ਸੰਚ ਇਕੱਠਾ ਕਰ। ਜੇ ਹਲਤ ਪਲਤ ਹਰ ਹੋਏ ਸਖਾਈ, ਰਹਾਓ ਸਤ ਸੰਗਤੇ ਸੰਗ ਹਰ ਤਨ ਖੱਟੀਐ। ਹੁਣ ਗੁਰੂ ਸਾਹਿਬ ਨੇ ਅੱਗੇ ਜੁਗਤ ਦੱਸੀ ਕਿਵੇਂ ਸੰਚਣਾ ਹੈ। ਜੇ ਤੂੰ ਦਿਹਾੜੀ ਨਹੀਂ ਲਾ ਸਕਦਾ, ਤੇਰੇ ਕੋਲ ਆਪਣੇ ਕੋਲ ਜੁਗਤ ਨਹੀਂ, ਤੇ ਗੁਰੂ ਸਾਹਿਬ ਜੀ ਤਰੀਕਾ ਦੱਸਦੇ ਨੇ ਫਿਰ ਸਤ ਸੰਗਤੀ, ਗੁਰੂ ਦੇ ਸਤ ਸੰਗਤ ਕਰਕੇ ਇਹਦੇ ਵਿੱਚੋਂ ਨਾਮ ਧਨ ਖੱਟ ਲੈ। ਸਤ ਸੰਗਤੇ ਸੰਗ ਹਰ ਤਨ ਖੱਟੀਐ। ਕਹਿੰਦੇ ਹੋਰ ਤੋਂ ਉਪਾਏ, ਭਈ ਹੋਰ ਕਿਸੇ ਤਰੀਕੇ ਨਾਲ ਸੰਗਤ ਤੋਂ ਬਿਨਾਂ, ਜਪਣ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ। ਹੋਰ ਤਾਂ ਉਪਾਏ ਹਰ ਤਨ ਕਿਤੇ ਨਾ ਪਾਈ। ਹੋਰ ਕਿਸੇ ਉਪਾਅ ਨਾਲ ਤੇ ਕਿਸੇ ਥਾਂ ਤੋਂ ਇਹ ਹਰੀ ਦਾ ਤਨ, ਨਾਮ ਦਾ ਤਨ ਪ੍ਰਾਪਤ ਨਹੀਂ ਹੋਣਾ, ਮਿਲਣਾ ਨਹੀਂ, ਕਿਉਂਕਿ ਕਿਤੇ ਹੈ ਹੀ ਨਹੀਂ। ਹਰ ਤਨ ਰਤਨੇ ਕਾ ਵਪਾਰੀਆ। ਵਪਾਰੀਆ ਕਾ ਸ਼ਬਦ ਜਿਹੜਾ ਨਾ ਇੱਕ ਵਚਨ ਹੈ, ਇਸ ਕਰਕੇ ਇੱਥੇ ਬਿੰਦੀ ਨਹੀਂ ਲਾਉਣੀ, ਵਪਾਰੀਆ। ਹਰੀ ਦੇ ਰਤਨ ਦਾ, ਨਾਮ ਦਾ ਵਪਾਰੀ ਜਿਹੜਾ ਹੈ ਉਹ ਕੇਵਲ ਇੱਕ ਗੁਰੂ ਰੱਬ ਪਰਮੇਸ਼ਰ ਹੈ। ਹਰ ਰਤਨੇ ਕਾ ਵਪਾਰੀਆ। ਹਰ ਰਤਨ ਧਨ ਵਿਹਾਜੇ। ਤੇ ਜਿਹੜਾ ਰਤਨ ਦਾ ਵਪਾਰੀ ਹੁੰਦਾ ਫਿਰ ਉਹ ਹਰੀ ਦੇ ਨਾਮ ਧਨ ਨੂੰ ਇਕੱਠਾ ਕਰਦਾ, ਵਿਹਾਜਦਾ ਹੈ। ਅੱਗੇ ਨਾਲ ਹੀ ਬਚਨ ਕਹਿ ਕੱਚੇ ਕੇ ਵਪਾਰੀਏ। ਇੱਥੇ ਬਹੁਵਚਨ ਹੈ, ਉੱਥੇ ਕਾਸ ਹੀ ਸ਼ਬਦ ਅਤੇ ਕੇ ਹੈ। ਹੁਣ ਦੇਖੋ ਧਿਆਨ ਦੇਣਾ, ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਰਾਮਦਾਸ ਜੀ ਦੀ ਬਹੁਤ ਸਾਰੀ ਬਾਣੀ ਐਸੀ ਹੈ ਕਿ ਉਹ ਰਾਗੀ ਸਿੰਘ ਵੀ, ਰਾਗੀ ਸਿੰਘਾਂ ਨੇ ਇਸ ਸ਼ਬਦ ਦਾ ਕੀਰਤਨ ਵੀ ਕੀਤਾ ਹੈ, ਪਰ ਹਰ ਕੋਈ ਕੀਰਤਨ ਇਹਨਾਂ ਸ਼ਬਦਾਂ ਦਾ ਕਰ ਨਹੀਂ ਸਕਦਾ, ਕਿਉਂਕਿ ਪੰਕਤੀਆਂ ਏਡੀਆਂ ਲੰਮੀਆਂ, ਡੇਢ ਪੰਕਤੀ ਵਿੱਚ ਕੋਈ ਵੀ ਵਿਸ਼ਰਾਮ ਨਹੀਂ ਲੱਗਿਆ। ਔਰ ਵਿਸ਼ਰਾਮ ਲਾ ਕੇ ਅਸੀਂ ਚਲੋ ਅਰਥ ਕਰਨੇ ਨੇ, ਵਿਸ਼ਰਾਮ ਲੱਗ ਜਾਂਦੇ ਨੇ, ਪਰ ਜਦੋਂ ਇਹਨੂੰ ਗਾਉਣਾ ਹੈ ਫਿਰ ਗਾਉਣ ਵਾਲੇ ਵਾਸਤੇ ਇਹਦੀ ਪ੍ਰੈਕਟਿਸ ਵੀ ਬੜੀ ਚਾਹੀਦੀ ਹੈ, ਔਰ ਸੂਝ-ਬੂਝ ਵੀ ਚਾਹੀਦੀ ਹੈ। ਫਿਰ ਬੇਨਤੀ ਕੀਤੀ ਮਿਲਦੀ ਕਿਸੇ ਕਿਸੇ ਨੂੰ। ਪਹਿਲਾ ਸ਼ਬਦ ਵਰਤਿਆ ਰਤਨੇ ਕਾ ਵਪਾਰੀਆ। ਕਾ ਇੱਕ ਵਚਨ ਹੈ। ਅਗਲਾ ਸ਼ਬਦ ਵਰਤਿਆ ਕੱਚੇ ਕੇ ਵਪਾਰੀਏ। ਜਿਹੜੇ ਕੱਚੇ ਨਾਮ ਨੂੰ, ਕੱਚੇ ਧਨ ਨੂੰ ਇਕੱਠਾ ਕਰਨ ਵਾਲੇ ਨੇ, ਕੇਵਲ ਸੰਸਾਰਿਕ ਪਦਾਰਥ ਇਕੱਠਾ ਕਰਨ ਵਾਲੇ ਨੇ।
ਵਾਕ ਹਰ ਤਨ ਲਿਆ ਨਾ ਜਾਈ। ਜਿਹੜੇ ਕੱਚੇ ਵਪਾਰੀ ਨੇ, ਕੱਚੇ ਧਨ ਦੇ ਵਪਾਰੀ ਨੇ, ਵਾਕ ਦਾ ਅਰਥ ਹੈ ਵਾਕ, ਵਾਕ ਦੇ ਕੱਕੇ ਨੂੰ ਸਿਆਰੀ ਹੈ। ਵਾਕ ਦਾ ਅਰਥ ਬੋਲਣਾ। ਕੇਵਲ ਭਾਈ ਉਹਨਾਂ ਦੇ ਬੋਲਾਂ ਦੇ ਨਾਲ ਹਰ ਤਨ ਲਿਆ ਨਾ ਜਾਈ। ਇਕੱਲੇ ਬੋਲਾਂ ਦੇ ਨਾਲ ਰੱਬ ਨਹੀਂ ਨਾ ਮਿਲਦਾ, ਨਾਮ ਨਹੀਂ ਮਿਲਦਾ। ਹੁਣ ਕੱਚਾ ਧਨ ਇਕੱਠਾ ਕਰਨ ਵਾਸਤੇ ਕਈ ਵਾਰੀ ਧਾਰਮਿਕ ਗ੍ਰੰਥ ਪੜ੍ਹੇ ਜਾਂਦੇ ਨੇ, ਪੜ੍ਹਾਏ ਜਾਂਦੇ ਨੇ। ਮੈਂ ਸੁਣਾ ਰਿਹਾ, ਆਪ ਜੀ ਸੁਣ ਰਹੇ ਹੋ। ਤੇ ਜੇ ਇਕੱਲਾ ਧਨ ਇਕੱਠਾ ਕਰਨ ਵਾਸਤੇ ਸੁਣਾ ਲਿਆ ਜਾਂ ਸੁਣ ਲਿਆ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਕੱਲੇ ਗੱਲਾਂ ਦੇ ਨਾਲ ਤਾਂ ਨਹੀਂ ਨਾ। ਵਾਕ ਹਰ ਤਨ ਲਿਆ ਨਾ ਜਾਈ, ਇਕੱਲੇ ਗੱਲਾਂ ਨਾਲ ਨਹੀਂ ਮਿਲਦਾ। ਔਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਲ ਸਮਝਾਇਆ ਹੈ। ਹਰ ਤਨ ਰਤਨ ਜਿਵੇਂ ਹਰ ਮਾਣਕ। ਹਰੀ ਦਾ ਨਾਮ ਉਹ ਰਤਨ ਹੈ, ਉਹ ਜਵੇਹਰ ਹੈ, ਉਹ ਮਾਣਕ ਹੈ, ਜਿੰਦੀ ਦੁਨੀਆ ਵਿੱਚ ਕੋਈ ਕੀਮਤ ਨਹੀਂ। ਇੱਕੋ ਹੀ ਕੀਮਤ ਹੈ ਜਿਹੜੀ ਉਹ ਪਹਿਲੋਂ ਬੇਨਤੀ ਕੀਤੀ ਮਨ ਵਿੱਚ ਸਤਿਗੁਰੂ ਕੇ ਪਾਸ। ਹਰ ਰਤਨੇ ਕਾ ਵਪਾਰੀਆ। ਹਰ ਰਤਨ ਧਨ ਵਿਹਾਜੇ, ਕੱਚੇ ਕੈ ਵਪਾਰੀਐ। ਵਾਕ ਹਰ ਤਨ ਲਿਆ ਨਾ ਜਾਈ। ਹਰ ਤਨ ਰਤਨ ਜਵੇਹਰ ਮਾਣਕ। ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ। ਹੁਣ ਇਹ ਜਿਹੜਾ ਹਰੀ ਦਾ ਨਾਮ ਧਨ ਹੈ, ਜਿਹੜਾ ਰਤਨ ਜਵੇਹਰ ਮਾਣਕਾਂ ਨਾਲੋਂ ਕੀਮਤੀ ਹੈ, ਭਾਈ ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ। ਇਹ ਅੰਮ੍ਰਿਤ ਵੇਲੇ ਦਾ ਉਹ ਵੱਤਰ ਹੈ ਜਦੋਂ ਇਸ ਨਾਮ ਧਨ ਨੂੰ ਬੀਜਿਆ ਜਾਣਾ ਹੈ। ਜੇ ਇੱਕ ਅੰਮ੍ਰਿਤ ਵੇਲਾ ਤੇ ਉਹ ਹੈ ਜਿਹਨੂੰ ਆਪਾਂ ਮੰਨਦੇ ਹਾਂ ਕਿ ਤੜਕੇ ਅੰਮ੍ਰਿਤ ਵੇਲੇ 3 ਵਜੇ ਉੱਠੇ, 4 ਵਜੇ ਉੱਠੇ। ਇੱਕ ਅੰਮ੍ਰਿਤ ਵੇਲਾ ਇਹ ਹੈ ਕਿ ਭਾਵੇਂ ਰਾਤ ਹੈ, ਸ਼ਾਮ ਹੈ, ਦੁਪਹਿਰ ਹੈ, ਜਦੋਂ ਗੁਰੂ ਦੀ ਬਾਣੀ ਨੂੰ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਇਹ ਵੀ ਅੰਮ੍ਰਿਤ ਵੇਲਾ ਹੈ। ਪਰ ਜਿਹੜੇ ਅੰਮ੍ਰਿਤ ਵੇਲੇ ਦੀ ਗੱਲ ਇੱਥੇ ਕੀਤੀ ਗਈ, ਇਸ ਵਿੱਚ ਉਹ ਅੰਮ੍ਰਿਤ ਵੇਲਾ ਕਿਸੇ ਦਾ 60 ਸਾਲ ਦਾ ਹੈ, ਕਿਸੇ ਦਾ 100 ਸਾਲ ਦਾ ਹੈ। ਇਹ ਅੰਮ੍ਰਿਤ ਵੇਲਾ ਉਹ ਹੈ ਕਿ ਜਿਹਨੂੰ ਮਨੁੱਖਾ ਜੀਵਨ ਕਿਹਾ ਗਿਆ। ਔਰ ਇਹ ਵੱਤ ਵੀ ਉਹ ਹੈ ਜਿਹੜਾ ਕਦੇ ਸੁੱਕਦਾ ਨਹੀਂ। ਹੁਣ ਗੁਰੂ ਸਾਹਿਬ ਨੇ ਤੇ ਕਿਰਪਾ ਕਰਕੇ ਸਮਝਾਇਆ, ਭਾਈ ਇਸ ਨਾਮ ਤੁਹਾਨੂੰ ਇਕੱਠਾ ਕਰਨਾ ਹੈ, ਇਹਦੀ ਖੇਤੀ ਕਰਨੀ ਹੈ। ਅੰਮ੍ਰਿਤ ਵੇਲਾ ਸਾਂਭ। ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ। ਇਹ ਅੰਮ੍ਰਿਤ ਵੇਲੇ ਦਾ ਵੱਤ ਆਪ ਜੀ ਸਮਝਦੇ ਹੋ ਨਾ। ਜ਼ਮੀਨ ਵੱਤ ਆ ਜੇ, ਸਾਡੇ ਪਿੰਡਾਂ ਵਿੱਚ ਵੱਤਰ ਸ਼ਬਦ ਵਰਤਦੇ ਨੇ ਕਿ ਵੱਤਰ ਆ ਗਈ ਹੁਣ ਬੀਜ ਦਿਓ। ਪਰ ਇਹ ਮਨੁੱਖਾ ਰੂਪੀ ਜਿਹੜਾ ਇਹ ਵੱਤਰ ਹੈ, ਇਹ ਕਈ ਸਾਲ ਦਾ ਹੈ। ਇਹ ਰੱਬ ਜਾਣਦਾ ਹੈ ਕਿ 90 ਸਾਲ ਦਾ ਹੈ, 50 ਸਾਲ ਦਾ ਹੈ, 100 ਸਾਲ ਦਾ ਹੈ। ਇਹ ਤੈਨੂੰ ਮਿਲਿਆ ਹੈ ਭਾਈ, ਅੰਮ੍ਰਿਤ ਵੇਲਾ ਹੈ। ਤੂੰ ਕਦੇ ਵੀ ਇਹ ਵੱਤਰ ਸੁੱਕਦਾ ਨਹੀਂ, ਉਦੋਂ ਸੁੱਕ ਜਾਣਾ ਹੈ ਜਦੋਂ ਇਹਦੇ ਵਿੱਚੋਂ ਸਵਾਸ ਨਿਕਲ ਜਾਣੇ ਨੇ। ਤੂੰ ਇਸ ਅੰਮ੍ਰਿਤ ਵੇਲੇ ਨੂੰ ਸਾਂਭ। ਔਰ ਇਹ ਜਿਹੜਾ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਹੈ ਨਾ, ਕਹਿੰਦਾ ਹਰ ਭਗਤੀ ਹਰ ਲਿਵ ਲਾਏ ਭਗਤੀ। ਬਿੰਦੀ ਲਾ ਕੇ ਪਾਠ ਹੈ ਇੱਥੇ, ਭਗਤੀ ਸ਼ਬਦ ਨਹੀਂ। ਭਗਤੀ ਉਹ ਜਿਹੜੀ ਭਗਤੀ ਕੀਤੀ ਜਾਂਦੀ ਹੈ, ਭਗਤੀ ਸ਼ਬਦ ਵਰਤਾਂਗੇ ਤੇ ਭਗਤਾਂ ਨੇ, ਜਪਣ ਵਾਲਿਆਂ ਨੇ। ਕਹਿੰਦੇ ਹਰ ਭਗਤੀ ਹਰ ਲਿਵ ਲਾਈ। ਜਿਹੜੇ ਜਪਣ ਵਾਲੇ ਨੇ ਉਹਨਾਂ ਨੇ ਇਸ ਅੰਮ੍ਰਿਤ ਵੇਲੇ ਨੂੰ, ਇਸ ਵੱਤਰ ਨੂੰ ਸਾਂਭਿਆ, ਹਰੀ ਨਾਮ ਦੇ ਵਿੱਚ ਲਿਵ ਲਾਈ। ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ। ਔਰ ਇਹ ਆਮ ਤੌਰ 'ਤੇ ਮੰਨਿਆ ਜਾਂਦਾ ਸੀ, ਔਰ ਜ਼ਿਮੀਂਦਾਰ ਜਾਣਦੇ ਨੇ, ਸੱਚ ਵੀ ਹੋਏਗਾ ਕਿ ਜਿਹੜਾ ਵੀ ਅੰਮ੍ਰਿਤ ਵੇਲੇ ਪੈਲੀ ਵਾਹ ਕੇ ਬੀਜ ਦੇਣਾ ਹੈ, ਉਹ ਜੰਮਦਾ ਵੀ ਜ਼ਿਆਦਾ, ਉਹਦੀ ਫਸਲ ਵੀ ਜ਼ਿਆਦਾ ਨਿਕਲਦੀ ਹੈ। ਦੁਪਹਿਰ ਤੋਂ ਬਾਅਦ ਜੇ ਸ਼ਾਮ ਵੇਲੇ ਬੀਜਣਾ ਹੈ, ਉਹ ਬੀਜਣ ਲੱਗਿਆ, ਮੋਹ ਲੱਗਿਆ, ਕੁਝ ਵੱਤਰ ਸੁੱਕਦਾ ਵੀ ਹੈ, ਉਹ ਬੀ ਉੱਗਦਾ ਵੀ ਘੱਟ ਹੈ। ਜਿਹੜਾ ਉੱਗੇ ਘੱਟ, ਉਹਨੇ ਜੰਮਣਾ ਵੀ ਘੱਟ ਹੈ, ਉਹਨੇ ਫਲਣਾ ਵੀ ਘੱਟ ਹੈ। ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਨੇ ਬੜਾ ਪ੍ਰਫੁੱਲਤ ਹੁੰਦਾ ਜੇ ਭਾਈ। ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ। ਤੇ ਜਿਨ੍ਹਾਂ ਇਸ ਅੰਮ੍ਰਿਤ ਵੇਲੇ ਨੂੰ ਸਾਂਭ ਕੇ ਨਾਮ ਦਾ ਬੀਜ ਲਿਆ। ਭਗਤ ਖਾਏ ਖਰਚ ਰਹੇ ਨਿਕੁਟੈ ਨਾਹੀ। ਇੱਥੇ ਭਗਤ ਜਿਹੜੇ ਭਗਤੀ ਜਿਨ੍ਹਾਂ ਨੇ ਕੀਤੀ, ਜਿਹੜੇ ਭਗਤ ਨੇ, ਫਿਰ ਉਹ ਖਾਂਦੇ ਨੇ, ਖਰਚਦੇ ਨੇ। ਪਰ ਫਿਰ ਉਹ ਗੱਲ ਗੁਰੂ ਸਾਹਿਬ ਜੀ ਕਹਿੰਦੇ ਨੇ ਨਿਕੁਟੈ ਨਾਹੀ, ਪਰ ਮੁੱਕਦਾ ਨਹੀਂ, ਕਿਉਂਕਿ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਨਾ।
हलत पलत हार धन्नै के भगता को मिले वडियाई। और ये अमृत वेले का बीजिया होए इन्ना प्रफुल्लित हुंदा केवल इस हलत विच ही नहीं, पलत दे विच भी, परलोक दे विच भी सहाई हुंदा है। हलत पलत हार धन्नै के भगता को मिले वडियाई। जिन्हां ने बीजिया उन्होंने दोवां लोकां दे विच वडियाई मिली। हार तन निरभौ सदा सदा अस्तर है साचा। सतगुरु जी कहते हैं भाई जिन्हों के कोल हरि का तन है ना वो निरभौ हो जाते हैं, क्योंकि तन ये सदा अस्थिर रहने वाला है, सच्चा है, टिकिया रहने वाला है। यह धन यह हर तन अग्नि तस्कर है, पानी है, जमदूत है, किसे का गवाया ना जाए। ये नाम धन वो है जिन्हों अग्नि अग साड़ नहीं सकती। तस्कर है, चोरी करने वाले तस्कर इनू चुरा नहीं सकते। पानी है, पानी इनू डुबो नहीं सकता। जमदूत है, तो जेड़े जमदूत ने वो इनू लुट नहीं सकते। देखो जमदूत ये शब्द आम वरते जाते हैं कि जमदूत हुंदा है, बिल्कुल हुंदा है। जमदूत नहीं हुंदा जी, बिल्कुल नहीं हुंदा, दोवें गल्लां ने। हुण देखो इस गल नूं समझना पेगा, जमदूत हुंदा भी है तो नहीं भी हुंदा, किवें हो सकदा है। देखो जेलां बणियां ने ना जी, पर साडे वर्गिਆਂ नूं कोई पता नहीं कित्थे जेल है। जेलां तो है ना, जिन्हां ने अपराध किया, कोई जुर्म किया, वो जेलां उन्होंने देखियां भी, रह के भी आई है भी ने। पर जिन्हां ने कदे कुछ किया ही नहीं, बेशक जेलां हुण उन्हां वास्ते तो नहीं गा। जमदूत है भाई, पर जिन्हां ने जपिया उन्हां दे वास्ते कोई जमदूत नहीं। जमां दे राह ते उन्हां नूं जाना नहीं पैना। और गुरु साहब ने पावन बचन कहे ने समझाया है, कहते ने नानक जी उपाय कै लिख नावै धर्म बहालिया। उत्थे सच्चो ही सच निबड़ै चुन वक कढे जजमालिया। बस ये जेड़े वक कढे जजमालिया ना, जे कोई जमदूत है तो इन्हां वास्ते है। जिन्हां कोल नाम है, जिन्हां ने जपिया, उन्होंने तो गुरु साहब ने कृपा करके कह दिता कि धर्म राय दर कागज फाड़े। उन्होंने कागज ही फाड़ दिते, फिर साडे लिए जमदूत थोड़ी है। हाँ, जिन्हां ने नहीं जपिया उन्होंने वास्ते जरूर ने। गुरु साहब जी कृपा करके समझाते ने भाई, उन्होंने कोई जमदूत लुट नहीं सकता, पानी उन्होंने डूब नहीं सकता। किसे का गवाया ना जाए, ना अग ना तस्कर ना पानी ना जमदूत। इस नाम को कोई नहीं गवा सकता, जिन्हें जप लिया पशु ने जमा कर लिया। हर तन को उचक्का नेड़ न आवे, जिन्हों शब्द वरते चूर उचक्का। देखो इत्थे उचक्का पाठ है, अदक नहीं लगी हुई, पर अदक तो बिना ये पाठ किते ही नहीं जा सकता। पाठ करने वाले जरूर ध्यान दें, उचक्का शब्द नहीं पढ़ देना, उचक्का है। इस नाम धन कोई उचक्का चोर उचक्का इनके नेड़े नहीं होता। हर तन को उचक्का नेड़ न आवे, जम जा गाते डंड न लगाई। ना कोई जम इनू जगाती ला सकता है, ना कोई डंड ला सकता, क्योंकि जम नेड़े आउणी नहीं। साकती पाप करके बिख्या धन संचिया। साकती जेड़े साकत मनुख ने, रब नालों टुटे हुए ने, जिन्हों ने किसी का हक मार मार के पाप कर करके ये दुनियावी धन संचय इकट्ठा किया। कहते तिना एक विख नाल न जाई। इस धन ने एक विख का इत्थे कदम है, कदम इस धन ने भाई एक कदम भी नाल नहीं जाना। कित्थे जाता है जी? जिन्हों गुरु साहब जी पावन बचन कहते हैं, खसम मरै तो नार ना रूवै। नार इस धन नूं ते क्या है, ना वो रोंदी ना नाल जाती है। जम तिना एक विख नाल न जाई। अगे कहते ने हलतै विच साकत दुहेले भए। दुखी होए, दुहेले दुखी होए। हलतै विच साकत दुहेले होए। इत्थे रह के संसार विच दुखी रहे कि हाय होर किवें आए, होर किवें आए, घट रह गया। हलतै विच साकत दुहेले भए। हथों छुटक गया। की छुट गया जी? धन नहीं,
ये अमृत वेला छुट गया, ये वत्तर छुट गया, ये समा छुट गया, पता ही नहीं लग्या 90 साल हथों निकल गए, सारे समा निकल गया हथों, समा ही छुट गया। तो जो छुट गया कहते फिर अगे पलत साकत हर दरगह ढोई ना पाई। तो साकत मनुख ने फिर अगे रब के घर परलोक दे विच उन्होंने टोई मिलनी कित्थे है, ना ही टोई अगे मिली, इतों समा निकल गया। जिहड़ा समा से वो हाय हाय करके गुजार दिता, परलोक दे विच रब के घर टोई नहीं मिली। इस हर तन का शाह हर आप है संतो, जिसनों दे सो हर तन लद चलाई। और धन गुरु रामदास महाराज जी कृपा करते हैं भाई इस नाम धन का, जे धन का कोई शाहूकार है तो वो केवल रब गुरु आप है। इस धन का व्यापारी भी वो आप है, शाहूकार भी आप है। इस धन का, इस हर तन का शाह हर आप है। तो नाल संबोधन करते हैं संतो, हे जपण वाले गुरु के सिखो, वो शाहूकार केवल एक ही है। जिसनों दे सो हर तन लद चलाई, ये नाम धन जिन्हों वो दिंदा है, बस फिर वो ही गड्ढे भर के संसार तो जाता है। इस हर तन का टोटा कदे न आवे, क्योंकि ये नाम का धन ऐसा है। गुरु साहब जी कहते हैं किणका एक जे जीव सब है, एक किणका वस जे ना फिर टोटा आउंदा ही नहीं, ये वधदा ही वधदा है। और अखीर तक गुरु साहब जी कहते हैं इस हर तन का टोटा कदे न आवे, जन नानक को गुर सुझ पाए। जन नानक को दे अर्थ करांगे धन गुरु रामदास जी अपने लिए शब्द वरतते हैं भाई सानू में गुरु ने ये सुझी दी है, गुरु गुर दे रारे नूं सिहारी है, गुरु ने ये समझ दी है भी नाम धन ते किसी ने एक किणका भी जे इकट्ठा कर लिया ना, फिर इहदे च टूटा आउणा ही नहीं, इन्हें वधना है। और सतगुरु जी कृपा करन ये नाम धन किते इकट्ठा करन दा कोई ढंग कोई तरीका जिहड़े गुरु साहब ने दसे सानू वो अपनाउणा आ जाए, उस राह ते चल पईए, नाम धन दा किणका किते वस जाए। और सतगुरु जी नाल ही कृपा करदे ने भाई जे वस जे ना फिर लुको के ना रखी, फिर आप जपो और नाम जपाओ होइयां फुल्लां दी खिमा। आओ एक 2 मिनट होर रसना दे नाल हाज़री लवाइए, फिर समाप्ति है। वाहेगुरु वाहेगुरु वाहेगुरु।